ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ, ਤਾ ਮਨ ਹੀ ਤੇ ਮਨ ਮਾਨੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥਹਿ ਗਿਆਨੈ। ਗੁਰ ਪ੍ਰਸਾਦੀ ਜੀਵਤ ਮਰੈ, ਤਾ ਮਨ ਹੀ ਤੇ ਮਨ ਮਾਨੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥਹਿ ਗਿਆਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ। ਸਤਿਗੁਰਾਂ ਦੀ ਬਖਸ਼ਿਸ਼, ਅਕਾਲ ਪੁਰਖ ਦੀ ਕਿਰਪਾ, ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ। ਗੁਰੂ ਸਵਾਰੇ ਗੁਰੂ ਕੇ ਕੀਰਤਨੀਏ, ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾ ਰਹੇ ਸੀ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਪਾਵਨ ਸ਼ਬਦ ਸੋਰਠ ਰਾਗ ਦੀ ਵਾਰ ਵਿੱਚ 12ਵੀਂ ਪੌੜੀ ਦੇ ਨਾਲ ਲੱਗਦੇ ਸ਼ਲੋਕ ਨੇ। ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ। ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ
647 ਤੇ ਸੁਭਾਈਮਾਨ ਹਨ। ਪਹਿਲੇ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਤਿਗੁਰਾਂ ਦੀ ਕਿਰਪਾ ਦੁਆਰਾ ਪਾਵਨ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਦੇਸ਼ ਵਿਦੇਸ਼ ਦੇ ਅੰਦਰ ਕਿਤੇ ਵੀ ਬੈਠ ਕੇ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਸ਼ਲੋਕ ਕਵਿਤਾ ਦੀ ਇੱਕ ਵੰਨਗੀ। ਮਹੱਲਾ ਤੀਜਾ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਸ਼ਲੋਕ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਮਹਾਂਪੁਰਖਾਂ ਦੇ ਬੋਲ ਭਾਵੇਂ ਕਿਸੇ ਇੱਕ ਮਨੁੱਖ ਦੇ ਪਰਥਾਏ ਉਚਾਰਨ ਕੀਤੇ ਹੋਣ, ਪਰ ਸਿੱਖਿਆ ਉਹਨਾਂ ਦੀ ਉਪਦੇਸ਼ ਸਾਰੇ ਸੰਸਾਰ ਵਾਸਤੇ ਸਾਂਝਾ ਹੁੰਦਾ ਹੈ। ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਕੋਈ ਵੀ ਆ ਜਾਵੇ, ਇੱਥੇ ਵਿਤਕਰਾ ਨਹੀਂ। ਬ੍ਰਾਹਮਣ ਵਾਸਤੇ ਕੋਈ ਵੱਖਰਾ ਉਪਦੇਸ਼ ਹੋਵੇ, ਖੱਤਰੀ ਵਾਸਤੇ ਕੋਈ ਵੱਖਰਾ ਹੋਵੇ, ਵੈਸ਼ ਵਾਸਤੇ ਕੋਈ ਵੱਖਰਾ ਹੋਵੇ ਤੇ ਸ਼ੂਦਰ ਵਾਸਤੇ ਵੱਖਰਾ ਹੋਵੇ। ਚਾਰਾਂ ਹੀ ਵਰਨਾਂ ਨੂੰ ਸਾਂਝਾ ਉਪਦੇਸ਼ ਗੁਰੂ ਨਾਨਕ ਦੇ ਘਰ ਵਿੱਚੋਂ ਮਿਲਦਾ ਹੈ। ਸਤਿਗੁਰੂ ਦੀ ਡੈਫੀਨੇਸ਼ਨ, ਪਰਿਭਾਸ਼ਾ ਸਤਿਗੁਰੂ ਨੇ ਆਪ ਕੀਤੀ ਹੈ। ਨਾਨਕ ਸਤਿਗੁਰ ਐਸਾ ਜਾਣੀਐ, ਜੋ ਸਭ ਸੈ ਲਏ ਮਿਲਾਏ ਜਿਉ। ਸਤਿਗੁਰੂ ਹੈ ਹੀ ਉਹ ਜਿਹੜਾ ਸ਼ਰਨ ਵਿੱਚ ਆਉਣ ਵਾਲੇ ਦੇ ਨਾਲ ਵਿਤਕਰਾ ਨਹੀਂ ਕਰਦਾ, ਨਹੀਂ ਪੁੱਛਦਾ ਤੋ ਕਿਸ ਬਰਾਦਰੀ ਦੇ ਵਿੱਚੋਂ ਹੈ, ਕਿਸ ਜਾਤ ਦੇ ਵਿੱਚੋਂ ਹੈ, ਕਿਸ ਦੇਸ਼ ਵਿੱਚੋਂ ਆਇਆ ਹੈ, ਨਹੀਂ। ਸਤਿਗੁਰੂ ਦਾ ਕੇਵਲ ਤੇ ਕੇਵਲ ਭਾਵ ਇਹ ਹੈ, ਆਪ ਜਪਦਾ ਤੇ ਹੋਰਨਾਂ ਨੂੰ ਉਹ ਜਪਾਂਦਾ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸਤਿਗੁਰੂ ਦਾ ਉਪਦੇਸ਼ ਸਭਨਾਂ ਲਈ ਸਾਂਝਾ ਹੈ। ਇੱਥੇ ਅੱਖਰ ਆਇਆ ਮਹਾਂਪੁਰਖ ਤੇ ਬਹੁਵਚਨ ਹੈ। ਮਹਾਂਪੁਰਖਾਂ ਕਾ ਬੋਲਣਾ। ਵੈਸੇ ਬਾਣੀ ਵਿੱਚ ਸਤਿਗੁਰੂ ਵਾਸਤੇ ਵੀ ਮਹਾਂਪੁਰਖ ਸ਼ਬਦ ਵਰਤਿਆ ਗਿਆ। ਮਹਾਂਪੁਰਖ ਦਾ ਭਾਵ ਕੀ ਹੈ? ਪੁਰਖਾਂ ਵਿੱਚੋਂ ਵੱਡਾ ਪੁਰਖ। ਇਹ ਨਹੀਂ
ਕੋਈ ਅਕਲ ਕਰਕੇ ਚਾਰ ਗੱਲਾਂ ਵੱਧ ਕਰਦਾ ਹੋਵੇ, ਗਿਆਨ ਕਰਕੇ ਚਾਰ ਗੱਲਾਂ ਵੱਧ ਕਰਦਾ ਹੋਵੇ, ਨਹੀਂ। ਜਾਂ ਪੈਸੇ ਕਰਕੇ ਅਮੀਰ ਹੋਵੇ, ਉਹਨੂੰ ਮਹਾਂਪੁਰਖ ਨਹੀਂ ਕਿਹਾ। ਮਹਾਂਪੁਰਖ ਕੌਣ ਹੈ? ਪਰਿਭਾਸ਼ਾ ਕੀ ਹੈ? ਸਤਿਗੁਰਾਂ ਨੂੰ ਪੁੱਛੀਏ। ਮਹਾਰਾਜ ਕਿਰਪਾ ਕਰਦੇ ਨੇ, ਸਤਿਗੁਰ ਸੀਵੇਂ ਸੇ ਮਹਾਂਪੁਰਖ ਸੰਸਾਰੇ। ਸੰਸਾਰ ਵਿੱਚ ਉਹ ਮਹਾਂਪੁਰਖ ਹਨ ਕਿਹੜੇ? ਜਿਹੜੇ ਸਤਿਗੁਰੂ ਨੂੰ ਸੇਵਦੇ ਨੇ। ਮੱਥਾ ਟੇਕਣਾ ਮੁਬਾਰਕ, ਗੁਰੂ ਦੀ ਹਜ਼ੂਰੀ ਵਿੱਚ ਆ ਕੇ ਬਹਿ ਜਾਣਾ ਮੁਬਾਰਕ, ਪਰ ਸਤਿਗੁਰੂ ਨੂੰ ਸੇਵਨਾ ਕੀ ਹੈ? ਇਹ ਗੱਲ ਸਮਝਣੀ। ਸਤਿਗੁਰੂ ਜੋ ਆਖਦਾ ਹੈ, ਮਹਾਰਾਜ ਨੇ ਬਚਨ ਕੀਤਾ ਹੈ ਨਾ, ਜੇ ਪ੍ਰਤੀਤ ਨਹੀਂ ਭਾਵੇਂ 100 ਗੇੜਾ 100 ਵਾਰੀ ਗੁਰੂ ਦੇ ਕੋਲ ਆ, ਪਰ ਚੇਤੇ ਰੱਖੀ ਸਤਿਗੁਰ ਸੁੱਖਾਂ ਦਾ ਦਾਤਾ ਹੈ, ਪਰ ਜੇ ਤੈਨੂੰ ਪ੍ਰਤੀਤ ਨਹੀਂ ਤੇ ਫਿਰ ਸਤਿਗੁਰੂ ਦੇ ਦਰ ਤੇ ਭਾਵੇਂ 100 ਵਾਰੀ ਆ, ਤੈਨੂੰ ਸੁੱਖ ਸੁਪਨੇ ਵਿੱਚ ਵੀ ਨਹੀਂ ਮਿਲੇਗਾ। ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗਾ ਭਾਉ, ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। 100 ਵਾਰੀ ਆ। ਮਹਾਂਪੁਰਖ ਕੌਣ ਹੈ? ਜਿਹੜਾ ਸਤਿਗੁਰੂ ਨੂੰ ਸੇਵਦਾ, ਗੁਰੂ ਦੀ ਮੱਤ ਨੂੰ ਧਾਰਨ ਕਰਦਾ, ਤੇ ਕੋਈ ਕਰਮ ਆਪਣੀ ਮੱਤ ਪਿੱਛੇ ਲੱਗ ਕੇ ਨਹੀਂ ਕਰਦਾ, ਬਲਕਿ ਹਰ ਵੇਲੇ ਸਤਿਗੁਰੂ ਦੀ ਮੱਤ ਨੂੰ ਅੱਗੇ ਰੱਖਦਾ ਹੈ। ਕੰਮ ਔਖਾ ਹੈ। ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੁਕਾਰ ਕਮਾਏ ਜਿਉ, ਤਿਆਗੈ ਮਨ ਕੀ ਮਤੜੀ, ਵਿਸਾਰੈ ਦੂਜਾ ਭਾਉ ਜਿਉ। ਸਤਿਗੁਰ ਸੀਵੇਂ ਸੇ ਮਹਾਂਪੁਰਖ ਸੰਸਾਰੇ। ਸੰਸਾਰ ਵਿੱਚ ਉਹ ਮਹਾਂਪੁਰਖ ਹੈ ਜਿਹੜਾ ਸਤਿਗੁਰੂ ਨੂੰ ਸੇਵਦਾ ਹੈ, ਸਤਿਗੁਰੂ ਦੀ ਮੱਤ ਨੂੰ ਜੀਵਨ ਅੰਦਰ ਧਾਰਨ ਕਰਦਾ ਹੈ, ਜੀਵਨ ਦਾ ਹਰ ਕਰਮ ਸਤਿਗੁਰੂ ਦੇ ਦੱਸੇ ਮੁਤਾਬਕ ਕਰਦਾ ਹੈ, ਆਪਣੇ ਮਨ ਦੀ ਵਰਤੋਂ ਨਹੀਂ ਕਰਦਾ, ਬਲਕਿ ਗੁਰੂ ਦੇ ਪਿੱਛੇ ਤੁਰਦਾ ਹੈ, ਗੁਰੂ ਦੇ ਪਿੱਛੇ ਤੁਰਦਾ ਹੈ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਸੇ ਪਰਥਾਏ, ਉਹ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ ਗੁਣਕਾਰੀ। ਗੁਣ ਸੰਗ੍ਰਹਿ ਅਵਰਾ ਉਪਦੇਸੇਨ, ਸੇਵੜ ਭਾਗੀ ਜੇ ਉਹਨਾਂ ਮਿਲ ਰਹੇ। ਮਹਾਰਾਜ ਆਖਦੇ ਨੇ, ਉਹ ਵੱਡੇ ਭਾਗਾਂ ਵਾਲੇ ਨੇ ਜਿਹੜੇ ਐਸੇ ਮਹਾਂਪੁਰਖਾਂ ਦਾ ਸੰਗ ਕਰਦੇ ਨੇ, ਜਿਹੜੇ ਅੰਮ੍ਰਿਤ ਨਾਲ ਭਰੇ ਹੋਏ ਨੇ, ਜਿਨ੍ਹਾਂ ਦੇ ਅੰਦਰ ਰਤਾ ਭਰ ਵੀ ਤਮਾ ਨਹੀਂ। ਐਸੇ ਮਹਾਂਪੁਰਖ ਜਿਹੜੇ ਬਚਨ ਬੋਲਦੇ ਨੇ, ਗੁਣਾਂ ਨੂੰ ਸੰਗ੍ਰਹਿਣ ਕਰਨ ਵਾਲਾ, ਜੇ ਉਹਨਾਂ ਦੇ ਦੱਸੇ ਮੁਤਾਬਕ ਆਪਣੇ ਜੀਵਨ ਦੇ ਅੰਦਰ ਗੁਣ ਧਾਰਨ ਕਰਦਾ ਹੈ, ਕਿਉਂਕਿ ਸਾਧ ਸੰਗਤ ਉਹ ਕੇਵਲ ਆਪਣਾ ਆਪ ਨਹੀਂ ਸੁਧਾਰਦਾ, ਬਲਕਿ ਦੂਜਿਆਂ ਦਾ ਜੀਵਨ ਵੀ ਸੁਧਾਰਨ ਜੋਗਾ ਹੋ ਜਾਂਦਾ ਹੈ। ਅਵਰਾ ਉਪਦੇਸ਼ੇਨ, ਹੋਰਨਾਂ ਨੂੰ ਵੀ ਉਹ ਜਿਹੜੀ ਗੁਰੂ ਕੋਲੋਂ ਸਿੱਖਿਆ ਮਿਲਦੀ, ਉਪਦੇਸ਼ ਮਿਲਦਾ, ਉਹਨੂੰ ਦੂਜਿਆਂ ਨਾਲ ਸਾਂਝਾ ਕਰਦੇ ਨੇ, ਦੂਜਿਆਂ ਨਾਲ ਉਸ ਉਪਦੇਸ਼ ਨੂੰ ਸਾਂਝਾ ਕਰਦੇ ਨੇ। ਤੇ ਮਹਾਰਾਜ ਕਿਰਪਾ ਕਰਦੇ ਨੇ, ਉਪਦੇਸ਼ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ, ਉਪਦੇਸ਼ ਮਲਕ ਭਾਗੋ ਦੇ ਪਰਥਾਏ ਹੋਵੇ, ਪਰ ਕੀ ਅੱਜ ਦੇ ਸਮੇਂ ਅੰਦਰ
ਜਿਹੜੇ ਸੱਜਣ ਵਰਗੇ ਕੰਮ ਕਰਦੇ ਨੇ, ਜਿਹੜੇ ਮਲਕ ਭਾਗੋ ਵਰਗੇ ਕੰਮ ਕਰਦੇ ਨੇ, ਕਿ ਉਹਨਾਂ ਨੂੰ ਗੁਰੂ ਦਾ ਉਪਦੇਸ਼ ਅੱਜ ਸਿੱਧੇ ਰਾਹ ਨਹੀਂ ਪਾ ਸਕਦਾ? ਪਾ ਸਕਦਾ ਹੈ। ਪਰ ਜੇ ਗੁਰੂ ਦਾ ਉਪਦੇਸ਼ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ, ਫਿਰ ਧਿਆਨ ਦੇਵਿਓ, ਮਹਾਰਾਜ ਨੇ ਆਖਿਆ ਸੀ ਭਾਗੋ, ਕਿੱਕਰ ਦਾ ਬੀਜ ਜਦੋਂ ਬੀਜਿਆ ਜਾਂਦਾ ਹੈ ਬੜਾ ਕੋਮਲ ਹੁੰਦਾ ਹੈ, ਪਰ ਜਦੋਂ ਦਰਖਤ ਬਣ ਜਾਂਦਾ ਹੈ ਉਸ ਵੇਲੇ ਜਿਹੜੇ ਕੰਡੇ ਨਿਕਲਦੇ ਨੇ ਬੜੇ ਦੁਖਦਾਈ ਹੁੰਦੇ ਨੇ। ਜਦੋਂ ਪਰਾਇਆ ਹੱਕ ਖਾਂਦੇ ਆ, ਦੂਜਿਆਂ ਦਾ ਹੱਕ ਖਾਂਦੇ ਆ, ਬੜਾ ਚੰਗਾ ਲੱਗਦਾ ਹੈ, ਪਰ ਜਿਹੜਾ ਉਸ ਵਿੱਚੋਂ ਦੁੱਖ ਪੈਦਾ ਹੁੰਦਾ ਹੈ ਉਹ ਕਿੱਕਰ ਦੇ ਕੰਡਿਆਂ ਵਰਗਾ ਹੀ ਹੈ। ਕਿਉਂਕਿ ਮਹਾਰਾਜ ਆਖਦੇ ਨੇ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇਂ ਮਾਨਸਾ ਤਿਨ ਕਿਉ ਨਿਰਮਲ ਚੀਤ। ਆ ਮੁਖ ਵਾਕ ਕਈ ਵਾਰੀ ਆਂਦਾ ਹੈ ਨਾ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਰਹਾਉ ਦਾ ਬੰਦ ਹੈ ਸੱਜਣ ਸਈ, ਨਾਲ ਮੈਂ ਚਲਦਿਆਂ ਨਾਲ ਚਲਨ। ਕਿ ਅੱਜ ਜਿਹੜੇ ਬੰਦੇ ਸੱਜਣ ਠੱਗ ਦੇ ਰਾਹ ਤੇ ਚੱਲੇ ਹੋਏ ਨੇ, ਉਹ ਭਾਈ ਸੱਜਣ ਨਹੀਂ ਬਣ ਸਕਦੇ? ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ? ਬਣ ਸਕਦੇ ਨੇ, ਕਿਉਂਕਿ ਸਾਧ ਸੰਗਤ ਗੁਰੂ ਦਾ ਉਪਦੇਸ਼, ਮਹਾਂਪੁਰਖਾਂ ਦੀ ਸਿੱਖਿਆ ਇੱਕ ਬੰਦੇ ਪਰਥਾਏ ਭਾਵੇਂ ਹੋਵੇ, ਪਰ ਉਪਦੇਸ਼ ਉਹ ਸਾਰੇ ਜਹਾਨ ਵਾਸਤੇ ਸਾਂਝਾ ਹੁੰਦਾ ਹੈ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਗੁਰੂ ਦਾ ਉਪਦੇਸ਼ ਸੁਣਨਾ ਬੜਾ ਜ਼ਰੂਰੀ ਹੈ। ਗੁਰੂ ਦਾ ਉਪਦੇਸ਼ ਪੜ੍ਹਨਾ ਵੀ ਬੜਾ ਜ਼ਰੂਰੀ ਹੈ। ਪਰ ਮਹਾਰਾਜ ਆਖਦੇ ਨੇ, ਕੇਵਲ ਸੁਣ ਲਿਆ ਪੜ੍ਹ ਲਿਆ ਕਾਫੀ ਨਹੀਂ। ਅਗਲੀ ਗੱਲ ਮਹਾਰਾਜ ਆਖਦੇ ਨੇ, ਗੁਰਮੁਖ ਹੋਏ ਸੋ ਭਾਉ ਕਰੈ। ਜਿਹੜਾ ਗੁਰੂ ਦੇ ਸਨਮੁਖ ਹੋਣ ਵਾਲਾ ਹੈ ਉਹ ਆਪਣੇ ਅੰਦਰ ਡਰ ਪੈਦਾ ਕਰਦਾ ਹੈ। ਕਦੋਂ? ਗੁਰੂ ਦਾ ਉਪਦੇਸ਼ ਸੁਣ ਕੇ। ਗੁਰੂ ਆਖਦਾ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ, ਉਹ ਕਹਿੰਦਾ ਹੈ ਵੀ ਇਹ ਤਾਂ ਕੰਮ ਬੜਾ ਗਲਤ ਹੈ ਦੂਜੇ ਦਾ ਹੱਕ ਖਾਣਾ, ਕਿਉਂਕਿ ਨਾ ਗੁਰੂ ਹਾਮੀ ਭਰਦਾ ਹੈ, ਨਾ ਪੀਰ ਹਾਮੀ ਭਰਦਾ ਹੈ। ਮਹਾਰਾਜ ਆਖਦੇ ਨੇ, ਜਿਹੜਾ ਭਉ ਕਰਦਾ ਹੈ, ਮਹਾਂਪੁਰਖਾਂ ਦੀ ਸਿੱਖਿਆ ਸੁਣ ਕੇ, ਉਪਦੇਸ਼ ਸੁਣ ਕੇ, ਉਹ ਫਿਰ ਦੂਜਿਆਂ ਨੂੰ ਉਪਦੇਸ਼ ਤਾਂ ਕਰਦਾ ਹੈ, ਪਹਿਲਾਂ ਆਪਣੇ ਆਪ ਨੂੰ ਜਿਹੜਾ ਨਾ ਉਹ ਸਾਧ ਸੰਗਤ ਖੋਜਦਾ ਹੈ ਕਿ ਮੇਰੇ ਅੰਦਰ ਇਹ ਕਮੀ ਤਾਂ ਨਹੀਂ, ਮੇਰੇ ਅੰਦਰ ਇਹ ਭੈੜ ਤਾਂ ਨਹੀਂ, ਮੇਰੇ ਅੰਦਰ ਕਮਜ਼ੋਰੀ ਤਾਂ ਨਹੀਂ, ਜਿਹੜਾ ਗੁਰੂ ਦੱਸ ਰਿਹਾ ਹੈ। ਕਿਉਂਕਿ ਸਾਧ ਸੰਗਤ ਸੰਤੋ ਮਨ ਪਵਨੇ ਸੁਖ ਬਨਿਆ, ਕਿਸ ਜੋਗ ਪ੍ਰਾਪਤ ਗਨਿਆ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਗੁਰੂ ਕੋਲ ਆਉਣ ਦਾ ਲਾਭ ਇਹ ਆ, ਗੁਰਬਾਣੀ ਨੂੰ ਪੜਨ ਦਾ ਲਾਭ ਇਹ ਆ, ਸਤਿਗੁਰਾਂ ਦੇ ਸ਼ਬਦ ਸੁਣਨ ਦਾ ਲਾਭ ਇਹ ਆ ਵੀ ਜਿਹੜੀ ਕਮਜ਼ੋਰੀ, ਜਿਹੜੀ ਕਮੀ ਗੁਰੂ ਦੱਸਦਾ ਹੈ, ਉਸ ਕਮੀ ਨੂੰ ਆਪਾਂ ਦੂਰ ਕਰਨ ਦਾ ਯਤਨ ਕਰੀਏ ਤੇ ਆਖੀਏ, ਗੁਰੂ ਚਰਨਾਂ ਦੇ ਅੰਦਰ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਕਿਉਂਕਿ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਸਾਧ ਸੰਗਤ ਗੁਰੂ ਦੇ ਰਾਹ ਦੀਆਂ, ਗੁਰੂ ਦੇ ਘਰ ਦੀਆਂ, ਗੁਰੂ ਦੀ ਮੱਤ ਦੀਆਂ ਗੱਲਾਂ ਸੁਣ ਲੈਣੀਆਂ ਬੜੀਆਂ ਸੌਖੀਆਂ ਨੇ, ਪਰ ਉਹਨਾਂ ਨੂੰ ਜੀਵਨ ਦੇ ਅੰਦਰ ਕਮਾਣਾ ਜਿਹੜਾ ਹੈ ਨਾ ਉਹ ਬੜਾ ਔਖਾ ਹੈ। ਹਾਂ, ਇਹ ਨਹੀਂ ਵੀ ਕਮਾਇਆ ਨਹੀਂ ਜਾ ਸਕਦਾ, ਨਹੀਂ, ਗੁਰੂ ਕਿਰਪਾ ਕਰੇ ਇਹ ਗੱਲ ਆਪਾਂ ਕਹੀਏ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਲੰਥਾ। ਇੱਕ ਗੱਲ ਹੋਰ ਧਿਆਨ ਵਿੱਚ ਰੱਖਣਾ, ਦੂਜਿਆਂ ਦਾ ਆਪਾਂ ਜ਼ਿਆਦਾ ਧਿਆਨ ਰੱਖਦੇ ਆ, ਆਪਣਾ ਆਪ ਦਾ ਨਹੀਂ, ਆਪਣੇ ਆਪ ਨੂੰ ਨਹੀਂ ਖੋਜਦੇ। ਤੇ ਮਹਾਰਾਜ ਆਖਦੇ ਨੇ, ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਿਝਾਵੈ। ਜਾਂ ਬਚਨ ਆਪਾਂ ਪੜ੍ਹਦੇ ਆਂ, ਬੰਦੇ ਖੋਜ ਦਿਲ ਹਰ ਰੋਜ਼,
ना फिर परेशानी माहे, ये जो दुनिया शहर मेला दस्तगीरी नाहे। खोजना है अपने आप नू ते महाराज कृपा करदे ने, जेड़े गुरु दी कृपा दे नाल सिੱਖਿਆ सुनते ने महापुरुषां दी, उपदेश सुनते ने महापुरुषां दा, वो की करते ने, पहला तो डरते ने, निर्मल भाव अपने अंदर पैदा करते ने, ते फिर वो अपने आप दी खोज करते ने, अपने आप नू पहचानते ने। मैं की हाँ, मैं कर की रहा हाँ, मैं क्यों आया हाँ, की करना सी। बस आ गल जदों समझ विच आ गई ते मनुखा जीवन साध संगत सफल हो जाएगा, क्योंकि सानू इस गल की सोझी नहीं। खाओ पियो ते मौजा मानो वाली गल असी केवल ते केवल अपने सामने रख के तुरदे हाँ, पर सतगुरु कृपा करते ने। महापुरुषां दा उपदेश भावे एक मनुख दे परथाए होवे, पर सारे जहान वास्ते उन्हां दी सिੱਖਿਆ, उन्हां दा उपदेश साझा है। पर जेड़े गुरु कृपा दे नाल इस नू सुन के अंदर डर पैदा करते ने, वो फिर दूजियां दे औगण नहीं कढ़दे, बल्कि साध संगत अपने आप नू पहचानते हन। गुर प्रसादी जीवत मरै, ता मन ही ते मन मानै। गुरु दी कृपा नाल जिउंदा मर जाए, गुर प्रसादी जीवत मरै। हुण जीवत मरे दी व्याख्या जिहड़ी ना गुरु अंगद देव जी महाराज ने बड़ी प्यारी की। महाराज आखदे ने अखां नहीं हैगियां पर वेखना, कान नहीं हैगे पर सुनना, पैर नहीं हैगे तुरना, हाथ नहीं हैगे काम करना, जीभ नहीं हैगी ते बोलना। हुण हैरानी दी गल, अखां नहीं हैगियां ते वेखांगे किवें, कान नहीं हैगे ते सुनांगे किवें, पैर नहीं ते तुरांगे किवें, हाथ नहीं काम किवें करांगे, जेबा नहीं बोलांगे किवें। पर गुरु अंगद देव जी महाराज अपना तजर्बा दसदे ने, आखदे ने अखीं बाजों वेखना, विन कन्ना सुनना, पैरां बाजों चलना, विन हत्था करना, जीबे बाजों बोलना, इयों जीवत मरना। आ है जिउंदियां मरन वाली गल, पर है बड़ी औखी। पढ़ मैं भी दिता है, सुन तुसी भी लिया है। अखां दे नाल पराया रूप नहीं वेखना, कुदरत वाहिगुरू परमात्मा दी वेखनी, कन्ना नाल निंदा नहीं सुननी, हर जस सुनना। पैरां नाल चल के माड़ा काम नहीं करना, सत संगत दे विच जाना है। हत्थां नाल माड़ा काम नहीं करना, सेवा करनी ते जीभ नाल निंदिया नहीं करनी, वाहिगुरू परमात्मा दी उस्तत करनी। इनू कहंदे ने जिउंदिया मरना। शरीर दे अंग हैं, पर इन्हां दी वरतों करनी आ जावे ते फिर साध संगत गुरु दा हुक्म पहचान के, वाहिगुरू दे हुक्म विच चल के बंदा वाहिगुरू परमात्मा नूं मिल जांदा है। महाराज आखदे ने जीबे बाजो बोलना, इयों जीवत मरना, नानक हुक्म पछान कै तो खसमे मिलना। जेड़ा जिउंदियां मर जांदा है, ਉਹਨੂੰ ਮਨ ਨੂੰ ਮਾਰਨ ਵਾਸਤੇ ਜੰਗਲਾਂ ਵਿੱਚ ਨਹੀਂ ਜਾਣਾ ਪੈਂਦਾ। ਮਨ ਨੂੰ ਵਸ ਵਿੱਚ ਕਰਨ ਦੇ ਲਈ ਜੰਗਲਾਂ ਵਿੱਚ ਨਹੀਂ ਜਾਣਾ ਪੈਂਦਾ, ਪੁੱਠੇ ਨਹੀਂ ਲਟਕਣਾ ਪੈਂਦਾ, ਕੋਈ ਕਰਮ ਹੋਰ ਨਹੀਂ ਕਰਨਾ ਪੈਂਦਾ, ਬਲਕਿ ਉਹ ਆਪਣੇ ਜੀਵਨ ਦੇ ਅੰਦਰ ਸਾਧ ਸੰਗਤ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਕੇ ਆਖਦਾ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿਧ ਹੋਏ, मन ही मन स्यों कहे कबीरा, मनसा मिलिया ना कोई। ए मन शक्ति, ए मन सीयो, ए मन पंच तत्व को जियो, ए मन ले जो उन मन रहे, तो तीन लोक की
ਬਾतें ਕਹੈ। ਫਿਰ ਤਿੰਨਾਂ ਲੋਕਾਂ ਦੇ ਮਾਲਕ ਵਾਹਿਗੁਰੂ ਪਰਮਾਤਮਾ ਦੀਆਂ ਗੱਲਾਂ ਕਰਦਾ ਹੈ। ਕੌਣ? ਜਿੰਦਾ ਮਨ ਮੰਨ ਜਾਂਦਾ ਹੈ। ਕਿਉਂਕਿ ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਜਿੰਦਾ ਮਨ ਵਾਹਿਗੁਰੂ ਨਾਲ ਮੰਨ ਗਿਆ, ਲੋਕ ਨਹੀਂ ਖੁਸ਼ ਹੋਣਗੇ। ਲੋਕ ਆਖਣਗੇ ਤੂੰ ਤਾਂ ਵੱਖਰੇ ਤੁਰਨ ਲੱਗ ਪਿਆ। ਨਹੀਂ, ਸਾਧ ਸੰਗਤ ਲੋਕਾਂ ਦੀ ਉਹ ਪਰਵਾਹ ਨਹੀਂ ਕਰਦਾ। ਉਹ ਗੁਰੂ ਦੀ ਕਿਰਪਾ ਦੇ ਨਾਲ ਜਿਉਂਦਾ ਮਰ ਜਾਂਦਾ ਤੇ ਅੰਦਰ ਹੀ ਅੰਦਰ ਉਸ ਦਾ ਮਨ ਪਤੀਤ ਜਾਂਦਾ ਹੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਤੇ ਜਿਨ੍ਹਾਂ ਨੂੰ ਆਪਣੇ ਮਨ ਤੇ ਭਰੋਸਾ ਹੀ ਨਹੀਂ, ਪ੍ਰਤੀਤ ਹੀ ਨਹੀਂ, ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਸੁਣਾਉਣ ਦਾ ਕੋਈ ਲਾਭ ਨਹੀਂ। ਇਸ ਦਾ ਭਾਵ ਇਹ ਨਹੀਂ ਕਿ ਆਪਾਂ ਗਿਆਨ ਦੀ ਗੱਲ ਕਰਨੀ ਨਹੀਂ। ਜਿਨ੍ਹਾਂ ਨੇ ਇਹ ਗੱਲ ਧਾਰਨ ਕਰ ਲਈ ਮੈਂ ਨਾ ਮਾਨੂ, ਉਹਨਾਂ ਨਾਲ ਬਹਿਸ ਕਰਨ ਦੀ ਲੋੜ ਨਹੀਂ। ਇਹ ਗੱਲ ਧਿਆਨ ਵਿੱਚ ਰੱਖਣੀ। ਉਹਨਾਂ ਨਾਲ ਝਗੜਾ ਕਰਨ ਦੀ ਲੋੜ ਨਹੀਂ। ਗੁਰੂ ਦੀ ਗੱਲ ਤਾਂ ਆਪਾਂ ਕਰਨੀ, ਗੁਰੂ ਦੀ ਗੱਲ ਕਰਨੀ। ਮਹਾਰਾਜ ਆਖਦੇ ਨੇ ਨਾਨਕ ਸੇ ਕਿਆ ਕਥਾ ਗਿਆਨੇ। ਉਹਨਾਂ ਨੂੰ ਗਿਆਨ ਦੀਆਂ ਗੱਲਾਂ ਸੁਣਾਉਣ ਦਾ ਕੋਈ ਲਾਭ ਨਹੀਂ। ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਜਿਨ੍ਹਾਂ ਦਾ ਮਨ ਜਿਹੜਾ ਹੈ ਮੰਨਿਆ ਨਹੀਂ, ਜਿਨ੍ਹਾਂ ਦਾ ਮਨ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਨਹੀਂ। ਮਹਲਾ ਤੀਜਾ। ਗੁਰਮੁਖ ਚਿਤ ਨਾ ਲਾਇਓ, ਅੰਤ ਦੁਖ ਬਹੁਤਾ ਆਏ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਚਿੱਤ ਨਹੀਂ ਲਾਇਆ, ਅਖੀਰ ਕੀ ਹੁੰਦਾ ਹੈ? ਉਹਨਾਂ ਨੂੰ ਦੁੱਖ ਜਿਹੜੇ ਨੇ ਨਾ ਉਹ ਬਹੁਤ ਲੱਗਦੇ ਹਨ। ਅੰਦਰੋਂ ਬਾਹਰੋਂ ਅੰਧਿਆ, ਸੁਧ ਨਾ ਕਾਈ ਪਾਏ। ਕਿਉਂਕਿ ਉਹ ਅੰਦਰੋਂ ਵੀ ਅੰਨੇ ਹਨ ਤੇ ਬਾਹਰੋਂ ਵੀ ਅੰਨੇ ਹਨ। ਉਹਨਾਂ ਨੂੰ ਸੋਝੀ ਨਹੀਂ ਮਿਲਦੀ, ਉਹਨਾਂ ਨੂੰ ਗਿਆਨ ਨਹੀਂ ਹੁੰਦਾ ਕਿ ਅਸੀਂ ਕਿਸ ਵਾਸਤੇ ਆਏ ਹਾਂ। ਬੇਸ਼ੱਕ ਆਪਾਂ ਪੜ੍ਹੀ ਜਾਈਏ ਸਾਧ ਸੰਗਤ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ। ਪਰ ਧਿਆਨ ਦੇਵਿਓ, ਜਦੋਂ ਅੰਦਰੋਂ ਵੀ ਅੰਨਾ ਹੈ ਤੇ ਬਾਹਰੋਂ ਵੀ ਅੰਨਾ ਹੈ, ਉਹਨੂੰ ਕਿਵੇਂ ਸੋਝੀ ਹੋਵੇਗੀ? ਪੰਡਿਤ ਤਿਨ ਕੀ ਬਰਕਤੀ, ਸਭ ਜਗਤ ਖਾਏ। ਹੁਣ ਇਹ ਕਿਸੇ ਕਰਮਕਾਂਡੀ ਪੰਡਤ ਦੇ ਨਾਲ ਗੱਲ ਹੋ ਰਹੀ। ਮਹਾਰਾਜ ਆਖਦੇ ਨੇ ਇਹ ਪੰਡਤ, ਉਹਨਾਂ ਦੀ ਬਰਕਤ, ਉਹਨਾਂ ਦੀ ਕਮਾਈ ਸਭ ਜਗਤ ਖਾਂਦਾ ਹੈ। ਕਿਹਨਾਂ ਦੀ? ਅੱਗੇ ਅਗਲੀ ਪੰਕਤੀ 'ਚ ਦੱਸਦੇ ਹਨ। ਜੋ ਰਤੇ ਹਰਿ ਨਾਏ। ਜਿਹੜੇ ਹਰੀ ਦੇ ਨਾਮ ਵਿੱਚ ਰੱਤੇ ਗਏ ਹਨ, ਉਹ ਆਪ ਤਰਦੇ ਨੇ ਤੇ ਹੋਰਨਾਂ ਨੂੰ ਤਾਰਦੇ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬੜੀ ਵੱਡੀ ਗੱਲ ਕਹੀ ਐਸੇ ਮਹਾਂਪੁਰਖਾਂ ਦੇ ਬਾਰੇ। ਮਹਾਰਾਜ ਆਖਦੇ ਨੇ ਜਨ ਨਾਨਕ ਧੂੜ ਮੰਗੇ ਗੁਰ, ਤਿਸ ਗੁਰ ਸੇਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਪਾਤਸ਼ਾਹ ਜੀ ਇੱਥੇ ਕਿਰਪਾ ਕਰਦੇ ਨੇ, ਜਿਹੜੇ ਨਾਮ ਵਿੱਚ ਰੱਤੇ ਗਏ, ਜਿਹੜੇ ਨਾਮ ਵਿੱਚ ਰੰਗੀਜ ਗਏ, ਉਹਨਾਂ ਦੀ ਕਮਾਈ, ਉਹਨਾਂ ਦੀ ਬਰਕਤ ਸਾਰਾ ਜਗਤ ਖਾਂਦਾ ਹੈ। ਅੱਜ ਵੀ ਆਪਾਂ ਅਰਦਾਸ ਵਿੱਚ ਆਖਦੇ ਹਾਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕਿਉਂ? ਕਿਉਂਕਿ ਉਹਨਾਂ ਨੇ ਕਮਾਈ ਕੀਤੀ ਕਿਹੜੀ? ਸਾਧ ਸੰਗਤ, ਗੁਰੂ ਦੀ ਆਗਿਆ ਮੰਨਣ ਵਾਲੀ, ਗੁਰੂ ਦੇ ਪਿੱਛੇ ਤੁਰਨ ਵਾਲੀ। ਤੇ ਮਹਾਰਾਜ ਕਿਰਪਾ ਕਰਦੇ ਨੇ, ਉਹਨਾਂ ਦੀ ਬਰਕਤ, ਉਹਨਾਂ ਦੀ ਕਮਾਈ ਸਾਰਾ ਜਗਤ ਖਾਂਦਾ ਹੈ। ਜਿਨ ਗੁਰ ਕਾ ਸ਼ਬਦ ਸਲਾਹਿਆ, ਹਰਿ ਸਿਉ ਰਹੇ ਸਮਾਏ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਉਹ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋ ਗਏ। ਗੁਰ ਕਿਰਪਾ ਜਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਪੰਡਿਤ ਦੂਜੈ ਭਾਏ, ਬਰਕਤ ਨਾ ਹੋਵਈ, ਨਾ ਧਨ ਪੱਲੇ ਪਾਏ। ਦੂਜੇ ਭਾਏ, ਰੱਬ ਨੂੰ ਛੱਡ ਕੇ ਹੋਰ ਕਿਸੇ ਪਾਸੇ ਵੀ ਪਿਆਰ ਕਰਨਾ, ਕਿਉਂਕਿ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਵਾਹਿਗੁਰੂ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਪਿਆਰ ਪਾਣਾ,
ਮਹਾਰਾਜ ਆਖਦੇ ਨੇ ਇਹ ਪੰਡਤ ਉਹਨਾਂ ਦੀ ਕਮਾਈ ਵਿੱਚ ਬਰਕਤ ਨਹੀਂ ਪੈਂਦੀ ਤੇ ਨਾਲ ਹੀ ਉਹਨਾਂ ਨੂੰ ਨਾਮ ਧਨ ਵੀ ਪ੍ਰਾਪਤ ਨਹੀਂ ਹੁੰਦਾ। ਪੜ ਥੱਕੇ ਸੰਤੋਖ ਨਾ ਆਇਓ, ਅਨ ਦਿਨ ਜਲਤ ਵਿਹਾਏ। ਪੜ੍ਹਦੇ ਹਨ ਤੇ ਪੜ੍ਹ ਕੇ ਥੱਕ ਜਾਂਦੇ ਨੇ ਪਰ ਸੰਤੋਖ ਨਹੀਂ ਆਂਦਾ। ਅਨ ਦਿਨ ਜਲਤ ਵਿਹਾਏ, ਅਨ ਦਿਨ ਹਰ ਵੇਲੇ ਹਰ ਸਮੇਂ ਹਰ ਰੋਜ਼ ਉਹ ਸੜਦੇ ਰਹਿੰਦੇ ਹਨ ਦੂਜਿਆਂ ਦੀ ਨਿੰਦਿਆ ਵਿੱਚ। ਭਾਵ ਉਹ ਜਲਤ ਤੋਂ ਭਾਵ ਸੜਦੇ ਰਹਿੰਦੇ ਨੇ ਦੂਜਿਆਂ ਦੀ ਵਡਿਆਈ ਵੇਖ ਕੇ। ਪੜ ਪੜ ਗੱਡੀ ਲੱਦੀਆਂ ਵਾਲਾ ਸ਼ਬਦ ਜਿਹੜਾ ਹੈ ਆਪਾਂ ਆਸਾ ਕੀ ਵਾਰ ਦੇ ਅੰਦਰ ਪੜ੍ਹਦੇ ਹਾਂ। ਮਹਾਰਾਜ ਨੇ ਅਖੀਰ ਵਿੱਚ ਜਾ ਕੇ ਸਾਰੀਆਂ ਗੱਲਾਂ ਕਰਕੇ ਇੱਕ ਬਚਨ ਕਹਿ ਦਿੱਤਾ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਨਾ ਚਾਖ, ਕਿਉਂਕਿ ਜੇਤਾ ਪੜਿਆ ਤੇਤਾ ਕੜਿਆ, ਸੌ ਵਿਜੀਆ ਆਪਣਾ ਕੀਆ। ਮਹਾਰਾਜ ਆਖਦੇ ਨੇ ਉਹ ਸਾਰੀ ਜ਼ਿੰਦਗੀ ਪੜ੍ਹਦੇ ਰਹਿੰਦੇ ਨੇ, ਸੰਤੋਖ ਨਹੀਂ ਆਂਦਾ ਤੇ ਸੜਦਿਆਂ ਹੀ ਉਹਨਾਂ ਦੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਕੂਕ ਪੁਕਾਰ ਨਾ ਚੁੱਕਈ, ਨਾ ਸੰਸਾ ਵਿੱਚੋਂ ਜਾਏ। ਐਸੇ ਬੰਦੇ ਜਿਹੜੇ ਰੱਬ ਨੂੰ ਛੱਡ ਕੇ ਹੋਰ ਪਾਸੇ ਲੱਗ ਪਏ ਹਨ, ਮਹਾਰਾਜ ਆਖਦੇ ਨੇ ਉਹਨਾਂ ਦੀ ਕੂਕ ਪੁਕਾਰ ਨਹੀਂ ਚੁੱਕਦੀ, ਭਾਵ ਹਾਏ ਹਾਏ ਕਰਦੇ ਹੀ ਰਹਿੰਦੇ ਹਨ। ਤੇ ਫਿਰ ਮਹਾਰਾਜ ਅੱਗੇ ਕਿਰਪਾ ਕਰਦੇ ਨੇ, ਸੰਸਾ ਉਹਨਾਂ ਦੇ ਅੰਦਰੋਂ ਮੁਕਦਾ ਨਹੀਂ, ਚਿੰਤਾ ਉਹਨਾਂ ਦੀ ਮੁਕਦੀ ਨਹੀਂ। ਨਾਨਕ ਨਾਮ ਵਿਹੂਣਿਆ, ਮੋਹ ਕਾਲੈ ਉੱਠ ਜਾਏ। ਜਿਹੜੇ ਨਾਮ ਤੋਂ ਸਖਣੇ ਹਨ ਐਸੇ ਮਨੁੱਖ ਕਾਲੇ ਮੂੰਹ ਇਸ ਸੰਸਾਰ ਤੋਂ ਉੱਠ ਕੇ ਚਲੇ ਜਾਂਦੇ ਨੇ, ਬੇਇੱਜ਼ਤ ਹੋ ਕੇ ਜਾਂਦੇ ਨੇ। ਉਹਨਾਂ ਦੀ ਇੱਜ਼ਤ ਨਾ ਕੋਈ ਇੱਥੇ ਕਰਦਾ ਤੇ ਨਾ ਉਹਨਾਂ ਦੀ ਇੱਜ਼ਤ ਅੱਗੇ ਹੁੰਦੀ ਹੈ। ਪੌੜੀ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ ਜੀ। ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਈ। ਹੇ ਮੇਰੇ ਪਿਆਰੇ ਵਾਹਿਗੁਰੂ ਪਰਮਾਤਮਾ ਜੀ, ਮੇਰਾ ਉਹਨਾਂ ਸੱਜਣਾ ਦੇ ਨਾਲ ਮੇਲ ਕਰਾ ਜਿਨ੍ਹਾਂ ਨੂੰ ਪੁੱਛ ਕੇ ਮੈਂ ਤੇਰੇ ਰਾਹ ਤੇ ਤੁਰ ਸਕਾਂ। ਕਿਉਂਕਿ ਸਹੀ ਗੁਰਮੁਖ ਪਿਆਰੇ ਸਤਸੰਗੀ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ। ਕਿਉਂਕਿ ਆਪਾਂ ਬਚਨ ਪੜ੍ਹਦੇ ਹਾਂ, ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਫਿਰ ਆਪਾਂ ਪੜ੍ਹਦੇ ਹਾਂ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸਈ। ਇੱਥੇ ਮਹਾਰਾਜ ਆਖਦੇ ਨੇ, ਪਿਆਰੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੇਰਾ ਉਹਨਾਂ ਗੁਰਮੁਖਾਂ ਦੇ ਨਾਲ ਮੇਲ ਕਰਾਓ ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛ ਸਕਾਂ। ਜੋ ਹਰ ਦਸੇ ਮਿਤ ਤਿਸ ਹੋਂ ਬਲ ਜਾਈ। ਤੇ ਜਿਹੜਾ ਤੇਰੇ ਘਰ ਦੀ ਗੱਲ ਕਰਨ ਵਾਲਾ ਮਿੱਤਰ ਪਿਆਰਾ ਮੈਨੂੰ ਤੇਰੇ ਬਾਰੇ ਦੱਸੇ, ਤੇਰੀ ਦੱਸ ਪਾਵੇ, ਤੇਰੇ ਗੁਨਾਹ ਬਾਰੇ ਜਾਣਕਾਰੀ ਦੇਵੇ, ਮੈਂ ਉਸ ਤੋਂ ਸਦਕੇ ਜਾਂਦਾ ਹਾਂ। ਹੁਣ ਸਾਂਝੀ ਤਿੰਨ ਸਿਉ ਕਰੀ, ਹਰ ਨਾਮ ਤੇ ਆਈ। ਮੈਂ ਤੇਰੇ ਗੁਨਾਹ ਦੀ ਸਾਂਝ ਉਹਨਾਂ ਦੇ ਨਾਲ ਕਰਾਂ ਤੇ ਨਾਲ ਮੈਂ ਉਹਨਾਂ ਦਾ ਸੰਗ ਕਰਕੇ ਤੇਰਾ ਨਾਮ ਹਰ ਵੇਲੇ ਜਪਦਾ ਰਹਾ। ਹਰ ਸੇਵੀ ਪਿਆਰਾ ਨਿਤ, ਸੇਵ ਹਰ ਸੁਖ ਪਾਈ। ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਮੈਂ ਕੰਮ ਪੈਣ ਤੇ ਤੁਹਾਨੂੰ ਯਾਦ ਨਾ ਕਰਾਂ, ਬਲਕਿ ਹਰ ਵੇਲੇ ਤੁਹਾਡਾ ਸਿਮਰਨ ਕਰਾਂ ਤੇ ਤੁਹਾਡਾ ਸਿਮਰਨ ਕਰਕੇ ਮੈਂ ਆਪਣੇ ਜੀਵਨ ਦੇ ਅੰਦਰ ਸੁਖ ਪ੍ਰਾਪਤ ਕਰ ਲਵਾਂ। ਸਾਧ ਸੰਗਤ, ਦੋਹਾਂ ਹੀ ਸ਼ਲੋਕਾਂ ਤੇ ਪੌੜੀ ਦਾ ਭਾਵ ਅਰਥ ਇਹ ਹੈ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੀਏ, ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ। ਅਖੀਰ ਵਿੱਚ ਮਹਾਰਾਜ ਕਿਰਪਾ ਕਰਦੇ ਹਨ, ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਇਹ ਸੋਝੀ, ਇਹ ਗਿਆਨ ਜਿਸ ਗੁਰੂ ਨੇ ਮੈਨੂੰ ਦਿੱਤਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਆਓ ਸਾਧ ਸੰਗਤ, ਆਨੰਦ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਜਿਸ ਦੀ ਲੜੀਵਾਰ ਵਿਚਾਰ ਆਪ ਜੀ ਰੋਜ਼ਾਨਾ ਹੀ ਸਰਵਨ ਕਰਦੇ ਹੋ, ਅੱਜ 24ਵੀਂ ਪੌੜੀ ਜਿਹੜੀ ਹੈ ਨਾ, ਕਿਉਂਕਿ 23ਵੀਂ ਪੌੜੀ ਦਾ ਪਾਠ ਆਪਾਂ ਕੱਲ ਵਿਚਾਰ ਕੀਤੀ ਸੀ ਤੇ ਅੱਜ ਸਤਿਗੁਰੂ ਮਹਾਰਾਜ ਜਿਵੇਂ ਕਿਰਪਾ ਕਰ ਰਹੇ ਨੇ, ਆਓ ਸਰਵਨ ਕਰੋ ਜੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਸਤਿਗੁਰੂ ਤੋਂ ਬਗੈਰ
ਹੋਰ ਬਾਣੀ ਜਿਹੜੀ ਹੈ ਉਹ ਕੱਚੀ ਹੈ। ਕੱਚੀ ਆਪਾਂ ਜਾਣਦੇ ਹਾਂ। ਮਹਾਰਾਜ ਆਖਦੇ ਨੇ ਸਤਿਗੁਰੂ ਤੋਂ ਬਿਨਾ ਹੋਰ ਜਿੰਨੀ ਵੀ ਬਾਣੀ ਹੈ ਉਹ ਕੱਚੀ ਹੈ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਫਿਰ ਮਹਾਰਾਜ ਨੇ ਇਸ ਗੱਲ ਦੀ ਸਾਨੂੰ ਤਸੱਲੀ ਕਰਾਈ, ਇਹ ਗੱਲ ਸਮਝਾਈ ਕਿ ਸਤਿਗੁਰੂ ਤੋਂ ਬਗੈਰ ਹੋਰ ਜਿੰਨੀ ਹੈ ਬਾਣੀ ਭਾਈ ਉਹ ਕੱਚੀ ਹੈ। ਪਹਿਲੀ ਪੰਕਤੀ ਵਿੱਚ ਵੀ ਇਹ ਗੱਲ ਕਹੀ ਤੇ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਰਿਪੀਟ ਕੀਤਾ ਮਹਾਰਾਜ ਸਤਿਗੁਰੂ ਜੀ ਨੇ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਧਿਆਨ ਦੇਵਿਓ ਸਾਧ ਸੰਗਤ, ਇੱਥੇ ਮੈਂ ਕੋਈ ਬਹਿਸ ਬਵੈਸੇ ਦੀ ਗੱਲ ਨਹੀਂ ਕਰਨੀ, ਪਰ ਇੱਕ ਗੱਲ ਧਿਆਨ ਵਿੱਚ ਰੱਖਣੀ ਹੈ। ਗੁਰੂ ਕਾਲ ਦੇ ਵਿੱਚ ਵੀ ਸੱਚੀ ਬਾਣੀ ਦੇ ਮੁਕਾਬਲੇ ਵਿੱਚ ਕੱਚੀ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਗਈ ਸੀ। ਕੱਚੀ ਬਾਣੀ ਖਾਸ ਤੌਰ ਤੇ ਮੀਨਿਆਂ ਵੱਲੋਂ। ਮੀਨੇ ਕੌਣ ਨੇ? ਇਹ ਸੀ ਪ੍ਰਿਥੀ ਚੰਦ ਦੇ ਨਾਮ ਨਾਲ ਮੀਨਾ ਵਰਤਿਆ ਗਿਆ ਤੇ ਅੱਗੋਂ ਜਿਹੜਾ ਉਹਦਾ ਖਾਨਦਾਨ ਹੈ ਉਹਨੂੰ ਸਾਰੇ ਨੂੰ ਮੀਨਾ ਕਿਹਾ ਗਿਆ। ਭਾਵੇਂ ਉਹ ਮਿਹਰਬਾਨ ਹੈ, ਭਾਵੇਂ ਹਰਜੀ ਹੈ, ਸਾਰਿਆਂ ਨਾਲ ਇਹ ਸ਼ਬਦ ਵਰਤਿਆ ਗਿਆ, ਮੀਨਾ ਸ਼ਬਦ। ਅੱਜ ਵੀ ਆਪਾਂ ਜਿਹੜਾ ਬੰਦਾ ਅੰਦਰੋਂ ਕੁਝ ਹੋਰ ਹੋਵੇ, ਬਾਹਰੋਂ ਕੁਝ ਹੋਰ ਹੋਵੇ, ਤੇ ਆਪਾਂ ਕਹਿ ਦਿੰਦੇ ਹਾਂ ਬੜਾ ਮੀਸਣਾ, ਆਪਾਂ ਮੀਸਣਾ ਕਹਿ ਦਿੰਦੇ ਹਾਂ। ਪਰ ਮੀਨਾ ਸ਼ਬਦ ਜਿਹੜਾ ਹੈ ਇਹ ਵਿਦਵਾਨਾਂ ਨੇ ਵਰਤਿਆ। ਸਤਿਗੁਰੂ ਮਹਾਰਾਜ ਦੇ ਸਮੇਂ ਵਿੱਚ ਹੀ ਇਹ ਕੰਮ ਸ਼ੁਰੂ ਹੋ ਗਿਆ। ਇਸੇ ਵਾਸਤੇ ਮਹਾਰਾਜ ਨੇ ਆਖਿਆ, ਕੱਲ ਆਪਾਂ ਪੜਿਆ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਤੇ ਅੱਜ ਇਹ ਗੱਲ ਕਹਿ ਰਹੇ ਨੇ ਕਿ ਸਤਿਗੁਰੂ ਤੋਂ ਬਿਨਾ ਹੋਰ ਜਿੰਨੀ ਬਾਣੀ ਹੈ ਉਹ ਕੱਚੀ ਹੈ। ਦੋ ਵਾਰੀ ਇਸ ਗੱਲ ਨੂੰ ਰਿਪੀਟ ਕੀਤਾ ਹੈ। ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਦਾ ਕੇਸਰ ਸਿੰਘ ਛਿੱਬਰ ਨੇ ਲਿਖਿਆ। ਉਹਨੇ ਇਸ ਘਟਨਾ ਨੂੰ ਕੱਚੀ ਬਾਣੀ ਤੇ ਸੱਚੀ ਬਾਣੀ ਜਿਹੜੀ ਨਾ, ਇਸ ਦਾ ਨਿਰਣਾ ਬੜੇ ਸੁੰਦਰ ਢੰਗ ਨਾਲ ਕੀਤਾ ਹੈ। ਬਹੁਤ ਵਾਰੀ ਆਪਾਂ ਵਿਦਵਾਨਾਂ ਕੋਲੋਂ ਇਹ ਬਚਨ ਪੜ੍ਹਦੇ ਹਾਂ, ਮਿਹਰਵਾਨ ਪੁੱਤਰ ਪ੍ਰਿਥੀਏ ਦਾ ਕਵੀਸ਼ਰੀ ਕਰੇ। ਕਵੀਸ਼ਰੀ ਕਰਦਾ ਹੈ, ਪਾਰਸੀ, ਹਿੰਦਵੀ, ਸੰਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ। ਇਹ ਸਾਰੀਆਂ ਭਾਸ਼ਾ ਦਾ ਉਹਨੂੰ ਗਿਆਨ ਹੈ। ਫਾਰਸੀ ਵੀ ਜਾਣਦਾ ਹੈ, ਹਿੰਦੀ ਵੀ ਜਾਣਦਾ ਹੈ, ਸੰਸਕ੍ਰਿਤ ਵੀ ਜਾਣਦਾ ਹੈ ਤੇ ਗੁਰਮੁਖੀ ਵੀ ਪੜ੍ਹਦਾ ਹੈ। ਮਿਹਰਵਾਨ ਪੁੱਤਰ ਪ੍ਰਿਥੀਏ ਦਾ ਕਵਿਸ਼ਰੀ ਕਰੇ, ਪਾਰਸੀ, ਹਿੰਦਵੀ, ਸੰਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ। ਅੱਗੇ ਤਿੰਨ ਪੀ ਬਾਣੀ ਬਹੁਤ ਬਣਾਈ। ਕੋਈ ਇਤਰਾਜ਼ ਨਹੀਂ, ਲਿਖੇ ਕੋਈ ਬਾਣੀ, ਪਰ ਇਤਰਾਜ਼ ਇਸ ਗੱਲ ਦਾ ਹੈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਆਪਣੀ ਕਵਿਤਾ ਦੇ ਵਿੱਚ ਨਾਮ ਗੁਰੂ ਨਾਨਕ ਦਾ ਲਿਖਦਾ ਹੈ। ਕਾਹਦੇ ਵਾਸਤੇ? ਅੱਜ ਵੀ ਬਹੁਤ ਸਾਰੇ ਲੋਕ ਅਨਮਤੀਆਂ ਦੇ ਕੋਲ ਜਾਂਦੇ ਨੇ ਤੇ ਸਾਧ ਸੰਗਤ ਜੇ ਉਹਨਾਂ ਨੂੰ ਕਹੀਏ ਵੀ ਤੁਸੀਂ ਕਿਉਂ ਗਏ, ਲੈ ਗਿਆਨੀ ਜੀ ਉੱਥੇ ਵੀ ਤਾਂ ਬਾਣੀ ਪੜ੍ਹੀ ਜਾਂਦੀ, ਉੱਥੇ ਵੀ ਤਾਂ ਬਾਣੀ ਪੜ੍ਹੀ ਜਾਂਦੀ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਚੋਗਾ ਬਾਣੀ ਦਾ ਤੇ ਜਾਲ ਆਪਣਾ। ਫਿਰ ਧਿਆਨ ਦੇਵਿਓ, ਚੋਗਾ ਬਾਣੀ ਦਾ, ਜਾਲ ਆਪਣਾ। ਇਸ ਗੱਲੋਂ ਸੁਚੇਤ ਰਹਿਣਾ। ਮਹਾਰਾਜ ਦੇ ਦਰੋਂ ਵਰਸਾਏ ਕੇਸਰ ਸਿੰਘ ਛਿੱਬਰ ਕਹਿੰਦੇ ਨੇ ਬੰਸਾਵਲੀ ਨਾਮੇ ਦੇ ਅੰਦਰ, ਉਹ ਆਖਦੇ ਨੇ ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਆਪਣੀ ਕਵਿਤਾ ਲਿਖਦਾ, ਆਪਣੇ ਵੱਲੋਂ ਬਾਣੀ ਲਿਖਦਾ, ਪਰ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਇਹਨਾਂ ਨੂੰ ਇਹ ਨਾ ਪਤਾ ਲੱਗ ਜਾਵੇ ਕਿ ਇਹ ਗੁਰੂ ਸਾਹਿਬ ਦੀ ਬਾਣੀ ਨਹੀਂ, ਇਹ ਮੇਰੀ ਬਾਣੀ ਹੈ। ਨਾਨਕ ਨਾਮ ਜਿਹੜਾ ਨਾ ਉਹ ਵਰਤਦਾ ਹੈ, ਉਹ ਵਰਤਦਾ ਹੈ। ਫਿਰ ਆਖਦੇ ਮੀਨਿਆਂ ਪੀ ਇੱਕ ਪੁਸਤਕ ਗ੍ਰੰਥ ਬਣਾਇਆ।
ਚੌਹਾਂ ਪਾਤਸ਼ਾਹੀਆਂ ਦਾ ਸ਼ਬਦ ਬਾਣੀ ਲੇਖ ਵਿੱਚ ਪਾਇਆ। ਫਿਰ ਧਿਆਨ ਦੇਵਿਓ, ਮੀਨੀਆਂ ਨੇ ਗ੍ਰੰਥ ਬਣਾ ਲਿਆ, ਪਰ ਉਸ ਵਿੱਚ ਆਪਣੀ ਬਾਣੀ ਦੇ ਨਾਲ ਨਾਲ ਚਾਰ ਪਾਤਸ਼ਾਹੀਆਂ ਦੇ ਸ਼ਬਦ ਵੀ ਲਿਖ ਲਏ, ਚਾਰ ਪਾਤਸ਼ਾਹੀਆਂ ਦੇ ਸ਼ਬਦ ਵੀ ਲਿਖ ਲਏ। ਭਾਈ ਸਾਹਿਬ ਲਿਖਦੇ ਨੇ, ਮੀਨੀਆਂ ਵੀ ਇੱਕ ਪੁਸਤਕ ਗ੍ਰੰਥ ਬਣਾਇਆ, ਚਾਰ ਪਾਤਸ਼ਾਹੀਆਂ ਦਾ ਸ਼ਬਦ ਬਾਣੀ ਲਿਖ ਵਿੱਚ ਪਾਇਆ। ਸਤਿਗੁਰ ਬਚਨ ਕੀਤਾ। ਭਾਈ ਗੁਰਦਾਸ ਮੀਨੇ ਪਾਉਂਦੇ ਨੇ ਰਲਾ। ਭਾਈ ਗੁਰਦਾਸ ਜੀ ਨੂੰ ਆਵਾਜ਼ ਮਾਰੀ ਤੇ ਆਖਿਆ ਸਤਿਗੁਰਾਂ ਨੇ ਕਿ ਸਤਿਗੁਰਾਂ ਦੀ ਬਾਣੀ ਜੁਦਾ ਕਰੀਏ, ਮੀਨੇ ਪਾਉਂਦੇ ਨਹੀਂ ਰਲਾ, ਨਿਆਰੀ ਸੋ ਨਿਆਰੀ ਕਰ ਧਰੀਏ। ਆਪਾਂ ਬਾਣੀ ਜਿਹੜੀ ਨਾ ਇਹਨੂੰ ਅੱਡ ਕਰ ਦਈਏ। ਕਿਉਂ? ਕਿਉਂਕਿ ਮੀਨਿਆਂ ਦੀ ਬਾਣੀ ਵੀ ਰਲਾ ਵਿੱਚ ਪੈ ਗਿਆ ਹੈ ਤੇ ਲੋਕਾਂ ਨੇ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ। ਫਿਰ ਬੇਨਤੀ ਕਰਾਂ ਸਾਧ ਸੰਗਤ, ਮਹਾਰਾਜ ਆਖਦੇ ਨੇ ਸਤਿਗੁਰੂ ਤੋਂ ਬਗੈਰ ਹੋਰ ਬਾਣੀ ਕੱਚੀ ਹੈ। ਫਿਰ ਰਿਪੀਟ ਕੀਤਾ, ਸਤਿਗੁਰੂ ਤੋਂ ਬਗੈਰ ਹੋਰ ਜਿੰਨੀ ਬਾਣੀ ਹੈ ਉਹ ਕੱਚੀ ਹੈ। ਮੈਂ ਬੇਨਤੀ ਕਰ ਦੇਵਾਂ, ਗੁਰੂ ਕਾਲ ਵਿੱਚ ਵੀ ਇਹ ਰੌਲਾ ਪਾਇਆ ਗਿਆ। ਉਸ ਵੇਲੇ ਵੀ ਆਪਣੀਆਂ ਕਵਿਤਾਵਾਂ ਬਣਾ ਕੇ ਬਾਣੀ ਦੇ ਰੂਪ ਵਿੱਚ ਨਾਨਕ ਨਾਮ ਲਿਖ ਕੇ ਵਰਤਿਆ ਗਿਆ ਤੇ ਅੱਜ ਵੀ ਉਹ ਗੱਲ ਹੋ ਰਹੀ ਹੈ। ਪਿਆਰਿਓ, ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਕਬੀਰ ਸਾਹਿਬ ਜੀ ਨੇ ਵੀ ਇਹ ਗੱਲ ਕਹਿ ਦਿੱਤੀ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜਿਉ ਕਾਂਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ, ਕਿਉਂਕਿ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਇਓ ਜਿਉ, जैसी में आवे खसम की बाणी, तैसरा करी ज्ञान वे लालो। क्योंकि महाराज पावन बाणी दे अंदर कृपा करते ने, धुर की बारी आई तिन सगली चिंत मिटाई। सतगुरु जी कृपा करते ने, सतगुरु तो बगैर होर जिन्नी बारी है कच्ची है। फिर गल समझाई, सतगुरु तो बगैर होर सारी बारी कच्ची है। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਇਹ ਨਿਰਣਾ ਹੁਣ ਆਪਾ ਕਰਨਾ ਹੈ। ਜਿਹੜੇ ਰੋਜ਼ ਗੁਰੂ ਦੇ ਚਰਨਾਂ ਵਿੱਚ ਖੜੇ ਹੋ ਕੇ ਪ੍ਰੋਮਿਸ ਕਰਦੇ ਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਹੜੇ ਪੜ੍ਹਦੇ ਹਾਂ ਬਾਣੀ ਗੁਰੂ, गुरु है बाणी विच बाणी अमृत सारे, गुर बाणी कहे सेवक जन मानै, पर तख गुरु निस्तारे। वाह वाह बाणी निरंकार है। आप पावन बाणी दे अंदर पढ़दे आ। प्यारियो, कहन वाले भी कच्चे ते अगे सुनन वालियां नूं भी नहीं बख्शिया। महाराज ने बड़े करड़े शब्द कहे ने, कहन वाले तो कच्चे हैं पर सुनन वाले भी कच्चे ने। कहंदे कच्चे, सुनदे कच्चे, कच्ची आख वखारी। क्योंकि ये जिहड़ी है ना कच्ची बारी, ये कच्चियां पिलियां दी है, ये पक्कियां दी नहीं। ये कच्चियां पिलियां दी, कच्ची इनू पढ़ना, कच्ची कच्चियां पिलियां दी ये बाणी है। ते प्यारियो, पढ़न वाले भी कच्चे ने ते सुनन वाले भी कच्चे ने। हर हर नित कर ही रसना, कहिया कछु ना जानी। ये लोग जेड़े बारी कच्ची पढ़न वाले ने, रसना नाल करनगे वाहिगुरु वाहिगुरु वाहिगुरु, पर उस वाहिगुरु शब्द का असर उन्हां दे मन उत्ते कोई नहीं। भी असीं की कह रहे हैं, इसका साडे उत्ते असर है। जिवें आपां पढ़दे ना, सलाम जवाब दोवें करे मुढ़ो कुत्था जाए, नानक दोवें कूड़ियां थाए न काई पाए। सलाम भी करे जवाब भी करे। ते महाराज आखदे ने ये दोवें गल्लां ही कूड़ियां ने, दोवें गल्लां ही कूड़ियां ने, सलाम भी ते जवाब भी।
ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਇਹੋ ਜਿਹੇ ਬੰਦੇ ਹਰ ਹਰ ਕਰੈ ਨਿਤ ਕਬਟ ਕਮਾਵੈ, ਹਿਰਦਾ ਸੁਧ ਨਾ ਹੋਈ, ਅਨ ਦਿਨ ਕਰਮ ਕਰੈ ਬੋ ਤੇਰੇ, ਸੁਪਨੇ ਸੁਖ ਨਾ ਹੋਈ। ਗਿਆਨੀ ਗੁਰ ਬਿਨ ਭਗਤ ਨਾ ਹੋਏ, ਕੋਰੈ ਰੰਗ ਕਦੇ ਨਾ ਚੜੈ, ਜੇ ਲੋਚੈ ਸਭ ਕੋਏ। ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਸਾਧ ਸੰਗਤ, ਮੈਂ ਕੋਈ ਗੱਲ ਕਰ ਰਿਹਾ ਤੇ ਤੁਸੀਂ ਸਵਾਲ ਕਰ ਦੇਵੋ ਵੀ ਇਹ ਜਿਹੜੀ ਤੁਸੀਂ ਗੱਲ ਕੀਤੀ ਕਿਵੇਂ ਕੀਤੀ, ਤੇ ਮੈਨੂੰ ਆਪ ਹੀ ਨਾ ਪਤਾ ਹੋਵੇ। ਜਿਹੜੀ ਗੱਲ ਮੈਂ ਕਰ ਰਿਹਾ ਮੇਰੇ ਉੱਤੇ ਸਵਾਲ ਕਰ ਦਿਓ ਵੀ ਇਹ ਗੱਲ ਤੁਸੀਂ ਕਿਵੇਂ ਕੀਤੀ, ਤੇ ਮੈਂ ਜਵਾਬ ਨਾ ਦੇਵਾਂ, ਤੁਹਾਡੇ ਮਨ ਉੱਤੇ ਕੀ ਅਸਰ ਹੋਏਗਾ? ਮਹਾਰਾਜ ਆਖਦੇ ਨੇ, ਇਹੋ ਜਿਹੇ ਲੋਕ ਕੱਚੀ ਬਾਣੀ ਪੜਨ ਵਾਲੇ, ਕੱਚੀ ਸੁਣਨ ਵਾਲੇ, ਕੱਚੇ ਪਿੱਲੇ, ਰਸਨਾ ਨਾਲ ਤਾਂ ਵਾਹਿਗੁਰੂ ਵਾਹਿਗੁਰੂ ਜਪਣਗੇ, ਪਰ ਵਾਹਿਗੁਰੂ ਦੇ ਮੀਨਿੰਗ, ਵਾਹਿਗੁਰੂ ਦੇ ਅਰਥ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਇਸ ਦਾ ਲਾਭ ਕੀ ਹੈ, ਇਸ ਦਾ ਫਾਇਦਾ ਕੀ ਹੈ। ਕਹਿਆ ਕਛੂ ਨਾ ਜਾਣੀ ਵਾਲੀ ਗੱਲ ਹੈ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਿਉਂਕਿ ਉਹਨਾਂ ਦਾ ਮਨ ਤਾਂ ਮਾਇਆ ਨੇ ਚੁਰਾ ਲਿਆ, ਮਾਇਆ ਨੇ ਠੱਗ ਲਿਆ। ਮਹਾਰਾਜ ਕਿਰਪਾ ਕਰਦੇ ਨੇ, ਚਿਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪੈ ਰਵਾਣੀ। ਰਵਾਂ ਰਵਾਂ ਬੋਲੀ ਜਾਣਗੇ, ਛੇਤੀ ਛੇਤੀ ਬੋਲੀ ਜਾਣਗੇ। ਕੌਣ? ਜਿਹੜੇ ਕੱਚੇ ਨੇ, ਕੱਚੇ ਪਿਲੇ ਨੇ, ਕੱਚੀ ਬਾਣੀ ਪੜ੍ਹਦੇ ਨੇ, ਕੱਚੇ ਸੁਣਦੇ ਨੇ। ਮਹਾਰਾਜ ਆਖਦੇ ਨੇ, ਇਹੋ ਜਿਹੇ ਬੰਦਿਆਂ ਦਾ ਮਨ ਤਾਂ ਮਾਇਆ ਨੇ ਠੱਗ ਲਿਆ, ਮਾਇਆ ਨੇ ਚੁਰਾ ਲਿਆ। ਤੇ ਫਿਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਵੇਖੋਗੇ ਰਵਾਂ ਰਵਾਂ ਬੋਲੀ ਜਾਣਗੇ, ਛੇਤੀ ਛੇਤੀ ਆਪਣੀ ਜ਼ਬਾਨ ਤੋਂ ਬੋਲੀ ਜਾਣਗੇ। ਕਹੈ ਨਾਨਕ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਭਾਈ ਸਤਿਗੁਰੂ ਤੋਂ ਬਿਨਾ ਹੋਰ ਬਾਣੀ ਜਿਹੜੀ ਹੈ ਉਹ ਕੱਚੀ ਹੈ। ਧਿਆਨ ਦੇਵਿਓ, ਜਦੋਂ ਮਰਿਆਦਾ ਬਣਾਈ ਗਈ ਨਾ, ਤੇ ਮਰਿਆਦਾ ਦੇ ਵਿੱਚ ਇਹ ਗੱਲ ਕਹੀ ਗਈ ਕਿ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ, ਦਸਮ ਦੀ ਬਾਣੀ ਦਾ। ਭਾਈ ਗੁਰਦਾਸ ਦੀਆਂ ਵਿਚਾਜਰੇ ਵਾਰਾਂ ਤੇ ਕਵਿਤ ਨੇ, ਸਵਈਏ ਨੇ, ਭਾਈ ਨੰਦ ਲਾਲ ਦੀਆਂ ਗਜ਼ਲਾਂ ਨੇ। ਕਿਉਂਕਿ ਭਾਈ ਨੰਦ ਲਾਲ ਦੀਆਂ ਗਜ਼ਲਾਂ, ਭਾਈ ਗੁਰਦਾਸ ਦੀ ਬਿਆਨੀ ਜਿਹੜੀ ਹੈ ਨਾ ਰਚਨਾ, ਇਹ ਬਾਣੀ ਦੀ ਵਿਆਖਿਆ ਰੂਪ ਨੇ। ਤੇ ਸਤਿਗੁਰੂ ਮਹਾਰਾਜ ਦੇ ਦਰੋਂ ਵਰਸਾਏ ਸਿਰ ਜੋੜ ਕੇ ਮਰਿਆਦਾ ਬਣਾਉਣ ਵਾਲਿਆਂ ਨੇ ਗੱਲ ਕਹਿ ਦਿੱਤੀ ਕਿ ਭਾਈ ਗੁਰੂ ਕੀ ਹਜ਼ੂਰੀ ਵਿੱਚ ਅੱਜ ਵੀ ਤੁਸੀਂ ਵੇਖੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਇਸ ਮਰਿਆਦਾ ਤੇ ਪਹਿਰਾ ਦਿੱਤਾ ਜਾਂਦਾ। ਵੈਸੇ ਮੈਂ ਸਾਧ ਸੰਗਤ ਲਾਈਵ ਪ੍ਰੋਗਰਾਮ ਦੇ ਰਾਹੀਂ ਬੇਨਤੀ ਕਰਾਂਗਾ, ਸਾਰੇ ਗੁਰੂ ਘਰਾਂ ਦੇ ਜਿੰਨੇ ਪ੍ਰਬੰਧਕ ਨੇ ਇਸ ਗੱਲ ਦਾ ਧਿਆਨ ਕਰਨ। ਜੇ ਇਹ ਮਰਿਆਦਾ ਹਰਿਮੰਦਰ ਸਾਹਿਬ ਦੇ ਅੰਦਰ ਲਾਗੂ ਹੈ ਤੇ ਅਸੀਂ ਆਪਣੇ ਗੁਰੂ ਘਰਾਂ ਦੇ ਅੰਦਰ ਕਿਵੇਂ ਨਹੀਂ ਲਾਗੂ ਕਰ ਸਕਦੇ? ਕਰ ਸਕਦੇ ਹਾਂ। ਅਸੀਂ ਵੀ ਆਪਣੇ ਗੁਰੂ ਘਰਾਂ ਦੇ ਅੰਦਰ ਇਹ ਮਰਿਆਦਾ ਲਾਗੂ ਕਰ ਸਕਦੇ ਹਾਂ। ਮੇਰਾ ਹੁਕਮ ਨਹੀਂ, ਹੁਕਮ ਅਕਾਲ ਤਖਤ ਸਾਹਿਬ ਦਾ ਹੈ। ਪਰ ਮੇਰੀ ਇੱਕ ਬੇਨਤੀ ਹੈ, ਸਾਰੀਆਂ ਸਿੰਘ ਸਭਾਵਾਂ, ਗੁਰੂ ਘਰਾਂ ਦੇ ਜਿੰਨੇ ਵੀ ਸਾਧ ਸੰਗਤ ਪ੍ਰਬੰਧਕ ਸੱਜਣ ਹਨ, ਇਸ ਗੱਲ ਵਿੱਚ ਧਿਆਨ ਦੇਣ। ਜੇ ਸਤਿਗੁਰਾਂ ਨੇ ਸਤਿਗੁਰੂ ਦੀ ਸੱਚੀ ਬਾਣੀ ਗਾਣ ਦੀ ਹਦਾਇਤ ਕੀਤੀ ਹੈ, ਕੱਚੀ ਬਾਣੀ ਤੋਂ ਸਾਨੂੰ ਵਰਜਿਆ ਹੈ, ਤੇ ਜ਼ਰੂਰ ਧਿਆਨ ਰੱਖਿਆ ਜਾਵੇ। ਮਰਿਆਦਾ ਆਪਾਂ ਜਿਹੜੀ ਅਕਾਲ ਤਖਤ ਦੀ ਹੈ ਉਸ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਈਏ, ਤੇ ਜ਼ਰੂਰ ਸੱਚੀ ਬਾਣੀ ਦੇ ਨਾਲ ਜੁੜਾਂਗੇ, ਬਾਣੀ ਦਾ ਰੂਪ ਬਣ ਜਾਵਾਂਗੇ। ਬਾਣਾ ਜੀਵਨ ਦੇ ਅੰਦਰ ਪ੍ਰਾਪਤ ਹੋਵੇਗਾ, ਲੋਕ ਨਾਲ ਪਰਲੋਕ ਸੌਰੇਗਾ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈ ਰਵਾਣੀ। ਕਹੈ ਨਾਨਕ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।